ਮੇਰਾ ਨਾਮ ਜਸਵੀਰ ਕੌਰ ਹੈ। ਮੈਂ ਫਿਰੋਜ਼ਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ। ਅਸੀਂ 5 ਭੈਣ ਭਰਾ ਹਾਂ। ਅਸੀਂ 4 ਭੈਣਾਂ ਤੇ 1 ਭਰਾ। ਭਰਾ ਮੇਰਾ ਛੋਟਾ ਹੈ। ਮੇਰੇ ਪਿਤਾ ਜੀ ਦਿਹਾੜੀ ਤੇ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਮੈਂ ਆਪਣੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ। ਮੇਰੇ ਪਿਤਾ ਜੀ ਲਈ ਐਡੇ ਵੱਡੇ ਪਰਿਵਾਰ ਦਾ ਖਰਚਾ ਚਲਾਉਣਾ ਔਖਾ ਸੀ। ਇਸ ਕਰਕੇ ਮੈਂ ਵੀ ਘਰਾਂ ਵਿੱਚ ਜਾ ਕੇ ਕੰਮ ਕਰਦੀ ਸੀ ਤਾਂ ਕਿ ਮੈਂ ਆਪਣੇ ਪਿਤਾ ਜੀ ਦਾ ਹੱਥ ਵਟਾ ਸਕਾਂ। ਉਵੇਂ ਭਾਵੇਂ ਮੈਂ 10ਵੀਂ ਕੀਤੀ ਸੀ, ਪਰ 10ਵੀਂ ਪਾਸ ਲਈ ਕੰਮ ਕਿੱਥੋਂ ਲੱਭਦੇ ਨੇ। ਮੈਂ ਫਿਰੋਜ਼ਪੁਰ ਵਿੱਚ ਇੱਕ ਚੰਗੇ ਪਰਿਵਾਰ ਦੇ ਨਾਲ ਕੰਮ ਕਰਦੀ ਸੀ, ਜਿੱਥੋਂ ਮੈਨੂੰ 5,000 ਤਨਖਾਹ ਮਿਲ ਹੀ ਜਾਂਦੀ ਸੀ। ਮੈਂ ਬਹੁਤ ਮਿਹਨਤੀ ਸੀ। ਮੈਂ ਵੱਧ ਤੋਂ ਵੱਧ ਕੰਮ ਕਰਕੇ ਆਪਣੇ ਪਰਿਵਾਰ ਵਿੱਚ ਖੁਸ਼ਹਾਲੀ ਲਿਆਉਣਾ ਚਾਹੁੰਦੀ ਸੀ। ਸਾਡੇ ਦੂਰ ਦੇ ਰਿਸ਼ਤੇਦਾਰਾਂ ਵਿੱਚੋਂ ਮੇਰੀ ਇੱਕ ਚਾਚੀ ਸੀ। ਉਹਨਾਂ ਦੇ ਘਰ ਬਹੁਤ ਹੀ ਜ਼ਿਆਦਾ ਗਰੀਬੀ ਸੀ, ਪਰ ਕਿਸੇ ਤਰ੍ਹਾਂ ਉਹ ਅਰਬ ਦੇਸ਼ ਵਿੱਚ ਚਲੀ ਗਈ। ਅਰਬ ਦੇਸ਼ ਗਏ ਹੋਏ ਉਸਨੂੰ ਅਜੇ 1 ਸਾਲ ਹੀ ਹੋਇਆ ਸੀ ਕਿ ਉਸਨੇ ਆਪਣਾ ਬਹੁਤ ਵਧੀਆ ਘਰ ਵੀ ਬਣਾ ਲਿਆ। ਉਸ ਦੀ ਸਾਰੀ ਗਰੀਬੀ ਹੀ ਕੱਟੀ ਗਈ ਸੀ। ਬੱਚੇ ਵੀ ਉਸਨੇ ਵਧੀਆ ਸਕੂਲ ਵਿੱਚ ਪੜ੍ਹਨ ਲਗਾ ਦਿੱਤੇ ਸੀ। ਮੈਂ ਆਪਣੇ ਮਨ ਹੀ ਮਨ ਸੋਚਦੀ ਸੀ ਕਿ ਮੈਂ ਵੀ ਕਿਤੇ ਅਰਬ ਦੇਸ਼ ਵਿੱਚ ਚਲੀ ਜਾਵਾਂ ਤਾਂ ਕਿ ਮੈਂ ਵੀ ਆਪਣੇ ਘਰ ਦੀ ਗਰੀਬੀ ਕੱਟ ਸਕਾਂ। ਇਹਨਾਂ ਸੋਚਾਂ ਦੇ ਨਾਲ ਹੀ ਮੈਂ ਆਪਣੇ ਘਰ ਵਿੱਚ ਆਪਣੇ ਪਿਤਾ ਜੀ ਨਾਲ ਗੱਲ ਕੀਤੀ ਕਿ ਤੁਸੀਂ ਚਾਚਾ ਜੀ ਨਾਲ ਗੱਲ ਕਰੋ ਤੇ ਪੁੱਛੋ ਉਹ ਕਿਵੇਂ ਅਰਬ ਦੇਸ਼ ਗਏ ਸਨ। ਮੇਰੇ ਪਿਤਾ ਜੀ ਵੀ ਮੰਨ ਗਏ। ਉਹਨਾਂ ਨੇ ਚਾਚਾ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਬੜੀ ਖੁਸ਼ੀ-ਖੁਸ਼ੀ ਉਸ ਏਜੰਟ ਦਾ ਨੰਬਰ, ਜਿਸ ਦੇ ਰਾਹੀਂ ਮੇਰੇ ਚਾਚੀ ਜੀ ਅਰਬ ਕੰਟਰੀ ਗਏ ਸਨ, ਮੇਰੇ ਪਿਤਾ ਜੀ ਨੂੰ ਦੇ ਦਿੱਤਾ। ਅਗਲੇ ਹੀ ਦਿਨ ਅਸੀਂ ਉਸ ਏਜੰਟ ਨਾਲ ਫੋਨ ਤੇ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਓਮਾਨ ਦੇਸ਼ ਵਿੱਚ ਕੰਮ ਵਾਲਿਆਂ ਦੀ ਲੋੜ ਹੈ। ਜੇ ਤੁਸੀਂ ਓਮਾਨ ਦੇਸ਼ ਜਾਣਾ ਚਾਹੁੰਦੇ ਹੋ ਤਾਂ ਮੈਨੂੰ ਆ ਕੇ ਹੈਦਰਾਬਾਦ ਮਿਲੋ। ਨਾਲ ਹੀ ਉਸਨੇ ਦੱਸਿਆ ਕਿ ਉੱਥੇ ਜਾਣ ਲਈ ਘੱਟੋ ਘੱਟ 1,50,000 ਰੁਪਏ ਲੱਗਣਗੇ ਤੇ 15 ਦਿਨਾਂ ਵਿੱਚ ਹੀ ਤੁਹਾਡਾ ਵੀਜ਼ਾ ਆ ਜਾਵੇਗਾ। ਪਹਿਲਾਂ ਤਾਂ ਪਿਤਾ ਜੀ ਨੇ ਸੋਚਿਆ ਕਿ ਇੰਨਾ ਪੈਸਾ ਆਪਾਂ ਕਿੱਥੋਂ ਲਵਾਂਗੇ, ਤਾਂ ਮੈਂ ਹੌਸਲਾ ਦਿੱਤਾ ਕਿ ਅਸੀਂ ਕਰਜ਼ਾ ਚੁੱਕ ਲੈਂਦੇ ਹਾਂ ਤਾਂ ਕਿ ਹੌਲੀ-ਹੌਲੀ ਮੈਂ ਹੀ ਉਤਾਰ ਦੇਵਾਂਗੀ। ਮੇਰੇ ਪਿਤਾ ਜੀ ਨੂੰ ਮੇਰੇ ਤੇ ਭਰੋਸਾ ਸੀ, ਇਸ ਕਰਕੇ ਮੇਰੇ ਪਿਤਾ ਜੀ ਮੰਨ ਗਏ ਤੇ ਅਸੀਂ ਆਪਣੇ ਰਿਸ਼ਤੇਦਾਰਾਂ ਤੋਂ ਕੁਝ ਪੈਸੇ ਉਧਾਰ ਲਏ। ਸਾਰੀ ਤਿਆਰੀ ਕਰਕੇ ਮੈਂ ਅਤੇ ਪਿਤਾ ਜੀ ਹੈਦਰਾਬਾਦ ਪਹੁੰਚ ਗਏ। ਜਦੋਂ ਅਸੀਂ ਉਸ ਨੂੰ ਮਿਲੇ ਤਾਂ ਦੇਖਣ ਨੂੰ ਉਹ ਬਹੁਤ ਹੀ ਭਲਾ ਇਨਸਾਨ ਲੱਗ ਰਿਹਾ ਸੀ। ਉਸਨੇ ਸਾਨੂੰ ਕਿਹਾ ਕਿ ਓਮਾਨ ਦਾ ਵੀਜ਼ਾ ਲੈਣ ਤੋਂ ਪਹਿਲਾਂ ਤੁਹਾਨੂੰ ਟ੍ਰੇਨਿੰਗ ਦੇਣੀ ਪਵੇਗੀ। ਤਾਂ ਉਸਨੇ ਮੈਨੂੰ ਆਪਣੇ ਹੀ ਘਰ ਵਿੱਚ ਰੱਖ ਕੇ ਕੰਮ ਕਰਾਉਣਾ ਸ਼ੁਰੂ ਕੀਤਾ, ਭਾਵ ਕਿ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ। ਉਸ ਦੀ ਪਤਨੀ ਮੇਰੇ ਕੋਲੋਂ ਘਰ ਦਾ ਸਾਰਾ ਕੰਮ ਕਰਵਾ ਕੇ ਦੇਖਦੀ ਸੀ ਤੇ ਨਾਲ ਹੀ ਮੈਨੂੰ ਇਲੈਕਟ੍ਰੋਨਿਕਸ ਚੀਜ਼ਾਂ ਜਿਵੇਂ ਕਿ ਮਾਈਕ੍ਰੋਵੇਵ ਆਦਿ ਵਰਤਣਾ ਸਿਖਾਇਆ ਜਾਂਦਾ, ਮਸ਼ੀਨਾਂ ਚਲਾਉਣੀਆਂ ਸਿਖਾਈਆਂ ਜਾਂਦੀਆਂ ਤਾਂ ਕਿ ਮੈਨੂੰ ਉੱਥੇ ਜਾ ਕੇ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਾ ਆਵੇ। ਮੈਂ ਬਹੁਤ ਖੁਸ਼ ਸੀ ਕਿਉਂਕਿ ਮੇਰੀ ਟ੍ਰੇਨਿੰਗ ਬੜੀ ਵਧੀਆ ਚੱਲ ਰਹੀ ਸੀ। ਰਾਤ ਨੂੰ ਮੈਂ ਓਮਾਨ ਦੇਸ਼ ਬਾਰੇ ਸਰਚ ਕਰਦੀ ਇੰਟਰਨੈਟ ਤੇ ਕਈ ਤਰ੍ਹਾਂ ਦੇ ਸੁਪਨੇ ਆਪਣੇ ਮਨ ਵਿੱਚ ਲੈ ਕੇ ਸੌਂ ਜਾਂਦੀ। 15 ਦਿਨਾਂ ਦੀ ਟ੍ਰੇਨਿੰਗ ਤੋਂ ਬਾਅਦ ਮੇਰਾ ਵੀਜ਼ਾ ਆ ਗਿਆ। ਉਹਨਾਂ ਨੇ ਮੈਨੂੰ ਕਿਹਾ ਕਿ ਤੇਰਾ 2 ਸਾਲ ਦਾ ਵਰਕ ਪਰਮਿਟ ਲੱਗਾ ਹੈ। ਪਿਤਾ ਜੀ ਨੇ ਮੈਨੂੰ ਉੱਥੋਂ ਚੜ੍ਹਾ ਕੇ ਆਪ ਵਾਪਸ ਆ ਗਏ ਤੇ ਮੈਂ ਓਮਾਨ ਪਹੁੰਚ ਗਈ। ਜਦ ਮੈਂ ਏਅਰਪੋਰਟ ਤੇ ਉਤਰੀ ਤਾਂ ਏਜੰਟ ਦਾ ਕੋਈ ਬੰਦਾ ਮੈਨੂੰ ਲੈਣ ਆ ਗਿਆ, ਪਰ ਉਸਨੇ ਮੈਨੂੰ ਕਿਹਾ ਕਿ ਇਹ ਬੰਦਾ ਮੈਨੂੰ ਸ਼ੱਕੀ ਲੱਗਦਾ ਹੈ ਤਾਂ ਤੂੰ ਇਸ ਨਾਲ ਨਹੀਂ ਜਾਣਾ। ਤਾਂ ਅੱਧਾ ਘੰਟਾ ਵੇਟ ਕਰਨ ਤੋਂ ਬਾਅਦ ਇੱਕ ਹੋਰ ਆਦਮੀ ਉੱਥੇ ਮੈਨੂੰ ਲੈਣ ਆਇਆ। ਉਸਨੇ ਅੱਗੋਂ ਜਾ ਕੇ ਕਿਸੇ ਹੋਰ ਟੈਕਸੀ ਵਾਲੇ ਨਾਲ ਮੈਨੂੰ ਬਿਠਾ ਦਿੱਤਾ ਤੇ ਉਸ ਟੈਕਸੀ ਵਾਲੇ ਨੇ ਅੱਗੋਂ ਹੋਰ ਕਿਸੇ ਨਾਲ ਮੈਨੂੰ ਭੇਜ ਦਿੱਤਾ। ਉਹ ਆਖਰੀ ਆਦਮੀ ਮੈਨੂੰ ਕਿਸੇ ਦੇ ਘਰ ਲੈ ਕੇ ਗਿਆ ਤੇ ਨਾਲ ਹੀ ਕਿਹਾ ਕਿ ਇਸ ਘਰ ਵਿੱਚ ਤੂੰ ਕੰਮ ਕਰੇਂਗੀ। ਉਸ ਘਰ ਵਾਲਿਆਂ ਦੀਆਂ 2 ਬੇਟੀਆਂ ਤੇ 1 ਬੇਟਾ ਸੀ ਤੇ ਮਾਲਕਿਨ ਬਹੁਤ ਹੀ ਚੰਗੇ ਸੁਭਾਅ ਦੀ ਸੀ। ਮੈਂ ਰੱਬ ਦਾ ਸ਼ੁਕਰ ਕੀਤਾ ਕਿ ਬਹੁਤ ਵਧੀਆ ਪਰਿਵਾਰ ਮੈਨੂੰ ਮਿਲ ਗਿਆ ਸੀ। ਮੈਂ ਆਪਣੇ ਪਿਤਾ ਜੀ ਨੂੰ ਫੋਨ ਕੀਤਾ ਕਿ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਵੀ ਫਿਕਰ ਨਹੀਂ ਕਰਨੀ, ਬਹੁਤ ਵਧੀਆ ਪਰਿਵਾਰ ਹੈ। ਇਹਨਾਂ ਦੀਆਂ 2 ਬੇਟੀਆਂ ਹਨ। ਮੈਨੂੰ ਇੱਥੇ ਕਿਸੇ ਤਰ੍ਹਾਂ ਦਾ ਕੋਈ ਵੀ ਖਤਰਾ ਨਹੀਂ। ਮੈਂ ਉਸ ਘਰ ਵਿੱਚ 3 ਦਿਨ ਕੰਮ ਕੀਤਾ ਤੇ ਚੌਥੇ ਦਿਨ ਉਹੀ ਏਜੰਟ ਦਾ ਆਦਮੀ ਜਿਹੜਾ ਮੈਨੂੰ ਇਸ ਘਰ ਵਿੱਚ ਛੱਡ ਕੇ ਗਿਆ ਸੀ ਮੈਨੂੰ ਲੈਣ ਆ ਗਿਆ। ਉਸਨੇ ਮੈਨੂੰ ਕਿਹਾ ਕਿ ਤੇਰਾ ਕੰਮ ਕਿਸੇ ਹੋਰ ਜਗ੍ਹਾ ਲਗਵਾ ਦਿੱਤਾ ਹੈ। ਮੈਂ ਉਸਨੂੰ ਕਿਹਾ ਕਿ ਮੈਨੂੰ ਇੱਥੇ ਠੀਕ ਹੈ, ਮੈਨੂੰ ਇਸ ਪਰਿਵਾਰ ਨਾਲ ਕੰਮ ਕਰਨਾ ਠੀਕ ਲੱਗਦਾ ਹੈ, ਪਰ ਉਸਨੇ ਕਿਹਾ ਕਿ ਉੱਥੇ ਤੈਨੂੰ ਜ਼ਿਆਦਾ ਤਨਖਾਹ ਮਿਲੇਗੀ।
ਉਸ ਦੇ ਨਾਲ ਇੱਕ ਹੋਰ ਆਦਮੀ ਆਇਆ ਸੀ। ਉਹ ਆਪਸ ਵਿੱਚ ਗੱਲਾਂ ਕਰਦੇ ਸਨ, ਪਰ ਮੈਨੂੰ ਭਾਸ਼ਾ ਦੀ ਬਿਲਕੁਲ ਵੀ ਸਮਝ ਨਹੀਂ ਆ ਰਹੀ ਸੀ। ਸ਼ਾਇਦ ਉਹ ਅਰਬੀ ਬੋਲਦੇ ਸਨ, ਕਿਉਂਕਿ ਪੰਜਾਬੀ ਤੇ ਮੈਂ ਬੋਲਦੀ ਸੀ ਤੇ ਹਿੰਦੀ ਵੀ ਮੈਨੂੰ ਆਉਂਦੀ ਸੀ। ਅੰਗਰੇਜ਼ੀ ਦੇ ਕੁਝ ਲਫ਼ਜ਼ ਮੈਨੂੰ ਸਮਝ ਲੱਗਦੇ ਸਨ, ਪਰ ਉਹ ਜਿਹੜੀ ਭਾਸ਼ਾ ਬੋਲਦੇ ਸਨ ਉਹ ਤਾਂ ਮੈਨੂੰ ਬਿਲਕੁਲ ਵੀ ਸਮਝ ਨਹੀਂ ਸੀ ਆ ਰਹੀ। ਉਹ ਮੈਨੂੰ ਲੈ ਕੇ ਇੱਕ ਅੱਧਖੜ ਉਮਰ ਦੀ ਔਰਤ ਦੇ ਘਰ ਗਏ। ਪਹਿਲੇ ਘਰ ਤੋਂ ਇਸ ਘਰ ਦਾ ਰਸਤਾ ਤਕਰੀਬਨ 2 ਘੰਟੇ ਦਾ ਸੀ। ਸ਼ਾਇਦ ਇਹ ਮਸਕਟ ਸ਼ਹਿਰ ਸੀ। ਇਹ ਔਰਤ ਮੈਨੂੰ ਬਹੁਤ ਖੜੂਸ ਲੱਗੀ, ਕਿਉਂਕਿ ਮੇਰੇ ਫ਼ੋਨ ਦਾ ਚਾਰਜਰ ਮੇਰੇ ਕੋਲ ਨਹੀਂ ਸੀ। ਤਾਂ ਮੈਂ ਉਸ ਔਰਤ ਕੋਲੋਂ ਚਾਰਜਰ ਮੰਗਿਆ ਤੇ ਉਸਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਜਵਾਬ ਦਿੱਤਾ। ਮੈਂ ਇਸ ਨੂੰ ਤਰਲਾ ਮਿੰਨਤਾਂ ਕੀਤੇ ਕਿ ਮੈਂ ਆਪਣੇ ਘਰ ਫ਼ੋਨ ਕਰਕੇ ਦੱਸਣਾ ਚਾਹੁੰਦੀ ਹਾਂ ਕਿ ਮੈਂ ਕਿਸੇ ਹੋਰ ਘਰ ਕੰਮ ਤੇ ਆ ਗਈ ਹਾਂ। ਪਹਿਲਾਂ ਉਸਨੇ ਮੇਰੇ ਕੋਲੋਂ ਸਾਰੇ ਘਰ ਦਾ ਕੰਮ ਕਰਵਾਇਆ ਤੇ ਫਿਰ ਮੈਨੂੰ ਚਾਰਜਰ ਦਿੱਤਾ। ਫਿਰ ਮੈਂ ਆਪਣੇ ਘਰ ਫ਼ੋਨ ਕਰਕੇ ਦੱਸਿਆ ਕਿ ਮੈਂ ਪਹਿਲੇ ਘਰ ਤੋਂ ਕੰਮ ਛੱਡ ਕੇ ਕਿਸੇ ਹੋਰ ਘਰ ਵਿੱਚ ਆ ਗਈ ਹਾਂ। ਇਹ ਔਰਤ ਹਿੰਦੀ ਬੋਲਦੀ ਸੀ। ਅਕਸਰ ਉਹ ਏਜੰਟ ਦੇ ਆਦਮੀ ਵੀ ਇਸ ਔਰਤ ਦੇ ਘਰ ਆਉਂਦੇ ਹੀ ਰਹਿੰਦੇ ਸਨ। ਇੱਕ ਦਿਨ ਇਹ ਔਰਤ ਮੈਨੂੰ ਕਹਿੰਦੀ ਕਿ ਤੂੰ ਇੰਨੀ ਸੋਹਣੀ ਹੈ ਤੇ ਜਵਾਨ ਵੀ, ਤੂੰ ਸੋਹਣੇ ਕੱਪੜੇ ਪਾ ਕੇ ਰੱਖਿਆ ਕਰ ਤੇ ਨਾਲੇ ਮੇਕਅਪ ਕਰਕੇ ਰੱਖਿਆ ਕਰ। ਤੇਰੇ ਨਾਲ ਅਸੀਂ ਬਿਜ਼ਨਸ ਕਰਨਾ ਚਾਹੁੰਦੇ ਹਾਂ। ਜਿਹੜੇ ਅਗਲੇ ਘਰ ਤੈਨੂੰ ਅਸੀਂ ਭੇਜਾਂਗੇ ਤੂੰ ਉੱਥੇ ਪੈਸਿਆਂ ਵਿੱਚ ਖੇਡੇਂਗੀ। ਉਸਨੇ ਮੈਨੂੰ ਵੈਸਟਰਨ ਕੱਪੜੇ ਤੇ ਮੇਕਅਪ ਦਾ ਸਮਾਨ ਵੀ ਲਿਆ ਕੇ ਦਿੱਤਾ। ਮੈਨੂੰ ਸ਼ੱਕ ਹੋਇਆ ਕਿ ਜਿਹੜੀ ਔਰਤ ਇੰਨੀ ਬੁਰੀ ਤਰ੍ਹਾਂ ਮੇਰੇ ਕੋਲੋਂ ਸਾਰੇ ਘਰ ਦਾ ਕੰਮ ਕਰਵਾਉਂਦੀ ਹੈ, ਅੱਜ ਇਸ ਨੂੰ ਕੀ ਹੋ ਗਿਆ ਕਿ ਇੰਨੇ ਕੱਪੜੇ ਤੇ ਮੇਕਅਪ ਦਾ ਸਮਾਨ ਮੈਨੂੰ ਲਿਆ ਕੇ ਦਿੱਤਾ। ਮੈਂ ਆਪਣੇ ਘਰ ਵੀ ਫ਼ੋਨ ਕਰਕੇ ਦੱਸਿਆ ਕਿ ਇਹ ਔਰਤ ਮੈਨੂੰ ਬਿਲਕੁਲ ਵੀ ਸਹੀ ਨਹੀਂ ਲੱਗ ਰਹੀ। ਮੈਨੂੰ ਉਸ ਔਰਤ 'ਤੇ ਸ਼ੱਕ ਹੋ ਗਿਆ ਸੀ, ਪਰ ਮੈਂ ਉਸ ਨੂੰ ਬਿਲਕੁਲ ਵੀ ਮਹਿਸੂਸ ਨਹੀਂ ਸੀ ਹੋਣ ਦਿੱਤਾ। 4 ਦਿਨ ਹੋ ਗਏ ਸਨ ਮੈਨੂੰ ਇਸ ਘਰ ਵਿੱਚ ਆਏ ਹੋਏ, ਪਰ ਮੈਨੂੰ ਹੀ ਪਤਾ ਸੀ ਕਿ ਮੈਂ ਇੱਥੇ ਦਿਨ ਕਿਵੇਂ ਕੱਟ ਰਹੀ ਸਾਂ। ਉਹ ਔਰਤ ਮੈਨੂੰ ਗਾਲਾਂ ਤੋਂ ਸਿਵਾਏ ਬੁਲਾਉਂਦੀ ਨਹੀਂ ਸੀ। ਉਸਨੇ ਆ ਕੇ ਇੱਕ ਦਿਨ ਮੇਰਾ ਬੈਗ ਫਰੋਲਿਆ ਤੇ ਮੈਨੂੰ ਕਹਿੰਦੀ ਕਿ ਤੇਰਾ ਪਾਸਪੋਰਟ ਕਿੱਥੇ ਹੈ। ਮੈਂ ਉਸ ਨੂੰ ਕਿਹਾ ਕਿ ਇੱਥੇ ਬੈਗ ਵਿੱਚ ਹੀ ਹੋਵੇਗਾ, ਜਦ ਕਿ ਪਾਸਪੋਰਟ ਮੈਂ ਪਹਿਲਾਂ ਤੋਂ ਹੀ ਆਪਣੇ ਕੋਲ ਰੱਖਣਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਮੈਨੂੰ ਸ਼ੱਕ ਸੀ ਕਿਤੇ ਮੇਰਾ ਪਾਸਪੋਰਟ ਹੀ ਨਾ ਗਾਇਬ ਕਰ ਦੇਵੇ। ਮੈਂ ਸੌਂਦਿਆਂ ਬੈਠਦਿਆਂ ਪਾਸਪੋਰਟ ਨੂੰ ਆਪਣੇ ਨਾਲ ਹੀ ਰੱਖਦੀ, ਇੱਥੋਂ ਤੱਕ ਕਿ ਮੈਂ ਉਸ ਔਰਤ ਦੇ ਹੱਥੋਂ ਕੋਈ ਚੀਜ਼ ਵੀ ਲੈ ਕੇ ਨਹੀਂ ਸੀ ਖਾਂਦੀ, ਕਿਉਂਕਿ ਇੱਕ ਦਿਨ ਮੈਂ ਉਸ ਨੂੰ ਫ਼ੋਨ 'ਤੇ ਕਿਸੇ ਨਾਲ ਗੱਲ ਕਰਦਿਆਂ ਸੁਣ ਲਿਆ ਸੀ ਕਿ ਉਹ ਮੈਨੂੰ ਕਿਸੇ ਸ਼ੇਖ ਦੇ ਕੋਲ ਵੇਚਣਾ ਚਾਹੁੰਦੀ ਸੀ। ਜਿਸ ਦਿਨ ਇਸ ਗੱਲ ਦਾ ਪਤਾ ਲੱਗਾ, ਮੈਂ ਰਾਤਾਂ ਰੋ ਰੋ ਕੇ ਗੁਜ਼ਾਰਦੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਸ ਬੇਗਾਨੇ ਦੇਸ਼ ਵਿੱਚ ਹੁਣ ਮੈਂ ਕੀ ਕਰਾਂ। ਤਾਂ ਮੇਰੇ ਦਿਮਾਗ ਵਿੱਚ ਆਇਆ ਕਿ ਇੰਸਟਾਗ੍ਰਾਮ 'ਤੇ ਕਾਫੀ ਸੋਸ਼ਲ ਵਰਕਰ ਕੰਮ ਕਰਦੇ ਹਨ। ਮੈਂ ਉਹਨਾਂ ਨੂੰ ਕਾਫੀ ਮੈਸੇਜ ਕੀਤੇ ਕਿ ਮੈਨੂੰ ਇਸ ਦੇ ਚੁੰਗਲ ਵਿੱਚੋਂ ਛੁਡਾਇਆ ਜਾਵੇ, ਪਰ ਕਿਸੇ ਪਾਸੋਂ ਕੋਈ ਵੀ ਜਵਾਬ ਨਾ ਮਿਲਿਆ। ਮੈਂ ਆਪਣੇ ਮਾਂ-ਪਿਓ ਨੂੰ ਰੋ ਰੋ ਕੇ ਕਿਹਾ ਕਿ ਮੈਨੂੰ ਵਾਪਸ ਸੱਦ ਲਓ, ਮੈਂ ਇੱਥੇ ਨਹੀਂ ਰਹਿ ਸਕਦੀ, ਮੈਨੂੰ ਇਸ ਔਰਤ ਨੇ ਵੇਚ ਦੇਣਾ ਹੈ। ਪਰ ਉਹਨਾਂ ਕੋਲ ਵੀ ਰੋਣ ਤੋਂ ਸਿਵਾਏ ਹੋਰ ਕੁਝ ਨਹੀਂ ਸੀ। ਅਗਲੇ ਦਿਨ ਮੈਂ ਹਿੰਮਤ ਕੀਤੀ ਤੇ ਮੈਂ ਉਸ ਔਰਤ ਨੂੰ ਕਹਿ ਹੀ ਦਿੱਤਾ ਕਿ ਮੈਂ ਆਪਣੇ ਦੇਸ਼ ਜਾਣਾ ਚਾਹੁੰਦੀ ਹਾਂ। ਤਾਂ ਉਸਨੇ ਮੈਨੂੰ ਕਿਹਾ ਕਿ 2 ਲੱਖ ਰੁਪਈਆ ਦੇ ਦੇ, ਫਿਰ ਜਿੱਥੇ ਮਰਜ਼ੀ ਚਲੀ ਜਾਵੀਂ। ਮੈਂ ਆਪਣੇ ਘਰਦਿਆਂ ਨੂੰ ਫ਼ੋਨ ਕੀਤਾ, ਪਰ ਉਹ 2 ਲੱਖ ਰੁਪਈਆ ਕਿੱਥੋਂ ਕਰਦੇ। ਮੈਂ ਇੱਕ ਆਖਰੀ ਉਮੀਦ ਨਾਲ ਸਾਡੇ ਪਿੰਡ ਦੇ ਸਰਪੰਚ, ਜੋ ਕਿ ਬੜੇ ਪੜ੍ਹੇ ਲਿਖੇ ਸਨ, ਉਹਨਾਂ ਨੂੰ ਇੰਸਟਾਗ੍ਰਾਮ 'ਤੇ ਮੈਸੇਜ ਪਾਇਆ, ਕਿਉਂਕਿ ਉਹ ਇੰਸਟਾਗ੍ਰਾਮ 'ਤੇ ਮੇਰੇ ਨਾਲ ਐਡ ਸਨ। ਉਹ ਮੇਰੀ ਹੁਣ ਆਖਰੀ ਉਮੀਦ ਸਨ। ਆਖਿਰ ਮੇਰੀ ਇਹ ਕੋਸ਼ਿਸ਼ ਕਾਮਯਾਬ ਹੋ ਗਈ ਤੇ 10 ਮਿੰਟਾਂ ਬਾਅਦ ਹੀ ਸਰਪੰਚ ਸਾਹਿਬ ਦਾ ਮੈਸੇਜ ਮੈਨੂੰ ਆਇਆ। ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਆਪਣੀ ਲੋਕੇਸ਼ਨ ਤੇ ਆਪਣੇ ਪਾਸਪੋਰਟ ਦੀਆਂ ਫੋਟੋਆਂ ਸੈਂਡ ਕਰੋ। ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਜਿੱਥੋਂ ਤੱਕ ਹੋ ਸਕਦਾ ਹੈ ਮੈਂ ਤੇਰੀ ਮਦਦ ਕਰੂੰਗਾ। ਮੈਂ ਸਰਪੰਚ ਸਾਹਿਬ ਨੂੰ ਦੱਸਿਆ ਕਿ ਮੇਰੇ ਕੋਲ ਸਿਰਫ 2 ਦਿਨ ਹੀ ਹਨ, ਕਿਉਂਕਿ ਇਹਨਾਂ ਨੇ ਮੇਰਾ ਸੌਦਾ ਕਰ ਦਿੱਤਾ ਹੈ। ਸਰਪੰਚ ਸਾਹਿਬ ਨੇ ਪੁਲਿਸ ਅਤੇ ਮੀਡੀਆ ਦਾ ਸਹਾਰਾ ਲੈ ਕੇ ਓਮਾਨ ਦੀ ਅੰਬੈਸੀ ਤੱਕ ਪਹੁੰਚ ਕਰ ਲਈ ਸੀ, ਕਿਉਂਕਿ ਮੈਨੂੰ ਹੁਣ ਅੰਬੈਸੀ 'ਚੋਂ ਮੈਸੇਜ ਆਉਣ ਲੱਗ ਪਏ ਸਨ ਕਿ ਸਾਰੀ ਡਿਟੇਲ ਆਪਣੀ ਸੈਂਡ ਕਰੋ। ਪਰ ਇੱਧਰ ਅਜੇ ਤੱਕ ਇਸ ਔਰਤ ਨੂੰ ਮੇਰੇ ਉੱਤੇ ਕੋਈ ਵੀ ਸ਼ੱਕ ਨਹੀਂ ਸੀ, ਕਿਉਂਕਿ ਇਹ ਸਾਰਾ ਕੰਮ ਮੈਂ ਬਹੁਤ ਹੀ ਧਿਆਨ ਦੇ ਨਾਲ ਕਰ ਰਹੀ ਸੀ, ਤਾਂ ਕਿ ਇਸ ਨੂੰ ਪਤਾ ਹੀ ਨਾ ਲੱਗੇ ਕਿ ਮੈਨੂੰ ਇਹਨਾਂ 'ਤੇ ਸ਼ੱਕ ਹੋ ਗਿਆ ਹੈ। ਇੱਕ ਪੂਰਾ ਦਿਨ ਹੋ ਗਿਆ ਸੀ ਅੰਬੈਸੀ ਨੂੰ
ਪੂਰੀ ਡਿਟੇਲ ਸੈਂਡ ਕੀਤਿਆਂ ਹੋਇਆਂ, ਪਰ ਅਜੇ ਤੱਕ ਕੋਈ ਵੀ ਅੰਬੈਸੀ ਵੱਲੋਂ ਰਿਸਪੌਂਸ ਨਹੀਂ ਸੀ ਆਇਆ ਤੇ ਨਾ ਹੀ ਕੋਈ ਪੁਲਿਸ ਵਾਲਿਆਂ ਵੱਲੋਂ ਹੈਲਪ ਆਈ ਸੀ। ਪਰ ਇੱਧਰ ਸਰਪੰਚ ਸਾਹਿਬ ਆਪ ਲਗਾਤਾਰ ਹੌਸਲਾ ਮੇਰਾ ਵਧਾ ਰਹੇ ਸਨ। ਸਰਪੰਚ ਸਾਹਿਬ ਨੇ ਮੈਨੂੰ ਕਿਹਾ ਕਿ ਤੂੰ ਕਹਿ ਰਹੀ ਸੀ ਕਿ ਤੇਰਾ ਵਰਕ ਪਰਮਿਟ ਹੈ, ਪਰ ਇਹ ਤਾਂ ਤੂੰ 1 ਮਹੀਨੇ ਦੇ ਟੂਰਿਸਟ ਵੀਜ਼ੇ ਤੇ ਆਈ ਹੈ। ਮੈਂ ਇਹ ਸੁਣ ਕੇ ਬਹੁਤ ਹੈਰਾਨ ਰਹਿ ਗਈ ਕਿ ਉਸ ਏਜੰਟ ਨੇ ਮੇਰੇ ਨਾਲ ਇੰਨਾ ਵੱਡਾ ਝੂਠ ਬੋਲਿਆ। ਇੱਥੋਂ ਤੱਕ ਕਿ ਅੰਬੈਸੀ ਵਾਲੇ ਵੀ ਇਸ ਵੀਜ਼ੇ ਨੂੰ ਵਰਕ ਪਰਮਿਟ ਹੀ ਦੱਸ ਰਹੇ ਸਨ, ਜਦ ਕਿ ਨੈਟ ਤੇ ਸਰਚ ਕੀਤਿਆਂ ਇਹ 1 ਮਹੀਨੇ ਦਾ ਟੂਰਿਸਟ ਵੀਜ਼ਾ ਹੀ ਆ ਰਿਹਾ ਹੈ। ਜਿਸ ਕਰਕੇ ਸਰਪੰਚ ਸਾਹਿਬ ਨੂੰ ਅੰਬੈਸੀ ਦੇ ਬੰਦਿਆਂ ਤੇ ਵੀ ਸ਼ੱਕ ਹੋਇਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੇਰਾ 1 ਮਹੀਨੇ ਦਾ ਟੂਰਿਸਟ ਵੀਜ਼ਾ ਹੈ, ਤੈਨੂੰ ਕਿੰਨੇ ਦਿਨ ਹੋ ਗਏ ਹਨ ਇੱਥੇ ਆਏ ਹੋਏ? ਤਾਂ ਮੈਂ ਕਿਹਾ ਮੈਨੂੰ ਤਾਂ ਅਜੇ 15 ਹੀ ਦਿਨ ਹੋਏ ਹਨ। ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਹੁਣ ਅੰਬੈਸੀ ਜਾਣ ਦੀ ਕੋਈ ਲੋੜ ਨਹੀਂ, ਕਿਉਂਕਿ ਤੂੰ ਸਿੱਧੀ ਹੀ ਏਅਰਪੋਰਟ ਤੋਂ ਟਿਕਟ ਲੈ ਕੇ ਵਾਪਸ ਆ ਸਕਦੀ ਹਾਂ। ਸਰਪੰਚ ਸਾਹਿਬ ਤੇ ਉਹਨਾਂ ਦੇ ਸਾਥੀ ਪੁਲਿਸ ਵਾਲਿਆਂ ਨੇ ਜੋ ਜਾਣਕਾਰੀ ਹਾਸਲ ਕੀਤੀ ਸੀ ਉਸ ਮੁਤਾਬਕ ਇਸ ਮਾਮਲੇ ਵਿੱਚ ਦੇਸ਼ ਦੀ ਪੁਲਿਸ ਕੋਈ ਵੀ ਹੈਲਪ ਨਹੀਂ ਕਰੇਗੀ। ਸੋ ਸਰਪੰਚ ਸਾਹਿਬ ਨੇ ਸੋਸ਼ਲ ਮੀਡੀਆ ਦੀ ਹੈਲਪ ਦੇ ਨਾਲ ਓਮਾਨ ਵਿੱਚੋਂ ਕੁਝ ਪੰਜਾਬੀ ਨੌਜਵਾਨਾਂ ਦਾ ਪਤਾ ਕੀਤਾ ਤਾਂ ਉਹਨਾਂ ਨਾਲ ਗੱਲ ਕੀਤੀ ਤੇ ਮੇਰੀ ਲੋਕੇਸ਼ਨ ਉਹਨਾਂ ਨੂੰ ਸੈਂਡ ਕੀਤੀ। ਹੁਣ ਮੈਨੂੰ ਸਰਪੰਚ ਸਾਹਿਬ ਨੇ ਕਿਹਾ ਕਿ ਤੂੰ ਕਿਸੇ ਤਰ੍ਹਾਂ ਇਸ ਘਰ ਵਿੱਚੋਂ ਭੱਜ ਸਕਦੀ ਹੈ ਤਾਂ ਭੱਜ ਜਾ, ਅੱਗੋਂ ਤੈਨੂੰ ਉਹ ਲੜਕੇ ਏਅਰਪੋਰਟ ਛੱਡ ਆਉਣਗੇ, ਕਿਉਂਕਿ ਸਰਪੰਚ ਸਾਹਿਬ ਨੇ ਉਹਨਾਂ ਲੜਕਿਆਂ ਨੂੰ ਪੈਸੇ ਭੇਜ ਕੇ ਮੇਰੀ ਟਿਕਟ ਵੀ ਕਰਵਾ ਦਿੱਤੀ ਸੀ। ਹੁਣ ਬਸ ਮੌਕਾ ਦੇਖ ਕੇ ਮੈਂ ਘਰੋਂ ਭੱਜਣਾ ਹੀ ਸੀ। ਦੁਪਹਿਰ ਦਾ ਟਾਈਮ ਸੀ ਜਦੋਂ ਔਰਤ ਅਤੇ ਉਸਦੇ ਪਰਿਵਾਰ ਦੇ ਮੈਂਬਰ ਸੌਂ ਚੁੱਕੇ ਸਨ ਤਾਂ ਮੈਂ ਹੌਲੀ ਜਿਹੀ ਕਮਰੇ ਵਿੱਚੋਂ ਨਿਕਲੀ ਤੇ ਉਸ ਘਰ ਦੀ ਕੰਧ ਟੱਪ ਕੇ ਬਾਹਰ ਆ ਗਈ ਤੇ ਨਾਲ ਹੀ ਮੈਂ ਮੈਸੇਜ ਕਰ ਦਿੱਤਾ ਕਿ ਮੈਂ ਹੁਣ ਘਰੋਂ ਨਿਕਲ ਚੁੱਕੀ ਹਾਂ, ਅੱਗੋਂ ਤੁਸੀਂ ਦੇਖੋ। ਜਦੋਂ ਤੱਕ ਸਰਪੰਚ ਸਾਹਿਬ ਵੱਲੋਂ ਭੇਜੇ ਹੋਏ ਲੜਕੇ ਮੈਨੂੰ ਲੈਣ ਨਹੀਂ ਆਏ, ਮੈਂ ਇੱਕ ਇੱਟਾਂ ਦੀ ਬਣੀ ਹੋਈ ਇਮਾਰਤ ਵਿੱਚ ਲੁਕੀ ਸੀ। ਮੈਂ ਲੋਕੇਸ਼ਨ ਉਹਨਾਂ ਨੂੰ ਸੈਂਡ ਕਰ ਦਿੱਤੀ ਸੀ। ਉਹ ਅੱਧੇ ਘੰਟੇ ਵਿੱਚ ਹੀ ਆ ਗਏ ਤਾਂ ਉਹ ਮੈਨੂੰ ਏਅਰਪੋਰਟ ਲੈ ਕੇ ਆਏ ਤਾਂ ਇੰਡੀਆ ਦੀ ਫਲਾਈਟ ਤੇ ਚੜ੍ਹਾ ਦਿੱਤਾ, ਜਿੱਥੋਂ ਮੈਂ ਇੰਡੀਆ ਦੀ ਫਲਾਈਟ ਲੈ ਕੇ ਅੱਜ ਦਿੱਲੀ ਪਹੁੰਚ ਗਈ ਹਾਂ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਸਰਪੰਚ ਸਾਹਿਬ ਜਿਨ੍ਹਾਂ ਨੇ ਕੁਝ ਪੁਲਿਸ ਅਧਿਕਾਰੀਆਂ ਅਤੇ ਸੋਸ਼ਲ ਮੀਡੀਆ ਵਾਲੇ ਤੋਂ ਹੈਲਪ ਲੈ ਕੇ ਮੇਰੀ ਜ਼ਿੰਦਗੀ ਬਚਾ ਲਈ। ਇਹੋ ਜਿਹੇ ਪੜ੍ਹੇ ਲਿਖੇ ਅਤੇ ਸੂਝਵਾਨ ਸਰਪੰਚ ਦੀ ਹਰ ਪਿੰਡ ਨੂੰ ਜ਼ਰੂਰਤ ਹੈ। ਉਹਨਾਂ ਦੀ ਸਮਝ ਅਤੇ ਸੂਝ ਸਦਕਾ ਅੱਜ ਇੱਕ ਪੰਜਾਬ ਦੀ ਧੀ ਦੀ ਆਬਰੂ ਰੁਲਣ ਤੋਂ ਬਚ ਗਈ। ਜਦੋਂ ਦੀ ਮੈਂ ਉਸ ਘਰ ਵਿੱਚੋਂ ਭੱਜ ਕੇ ਆਈ ਸੀ ਤਾਂ ਉਸ ਤੋਂ ਬਾਅਦ ਮੈਨੂੰ ਬਹੁਤ ਹੀ ਧਮਕੀਆਂ ਭਰੇ ਮੈਸੇਜ ਆ ਰਹੇ ਸਨ ਕਿ ਜਿਵੇਂ ਤੂੰ ਭੱਜ ਕੇ ਗਈ ਹੈ ਘਰੋਂ ਉਵੇਂ ਹੀ ਵਾਪਸ ਆ ਜਾ। ਇਹ ਵੀ ਗੱਲ ਸਹੀ ਸਾਬਤ ਹੋ ਗਈ ਸੀ ਕਿ ਅੰਬੈਸੀ ਵਿੱਚ ਵੀ ਕੁਝ ਅਧਿਕਾਰੀ ਉਹਨਾਂ ਦੇ ਨਾਲ ਰਲੇ ਹੋਏ ਸਨ। ਅਗਰ ਮੈਂ ਅੰਬੈਸੀ ਵਿੱਚ ਚਲੀ ਜਾਂਦੀ ਤਾਂ ਸ਼ਾਇਦ ਉਹ ਮੈਨੂੰ ਕਦੇ ਵੀ ਵਾਪਸ ਨਾ ਆਉਣ ਦਿੰਦੇ ਜਾਂ ਮੇਰੇ ਤੇ ਗਲਤ ਇਲਜ਼ਾਮ ਲਗਾ ਕੇ ਮੈਨੂੰ ਪੁਲਿਸ ਕੋਲੋਂ ਫੜਾ ਦਿੰਦੇ। ਇੱਥੋਂ ਤੱਕ ਕਿ ਮੈਨੂੰ ਹੈਦਰਾਬਾਦ ਵਾਲੇ ਏਜੰਟ ਦੀਆਂ ਵੀ ਧਮਕੀਆਂ ਭਰਿਆ ਮੈਸੇਜ ਆਇਆ। ਹੁਣ ਇਹਨਾਂ ਸਾਰਿਆਂ ਮੈਸੇਜਾਂ ਦੀ ਹੈਲਪ ਨਾਲ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ ਤਾਂ ਜੋ ਇਹੋ ਜਿਹੇ ਮਾੜੇ ਏਜੰਟਾਂ ਦਾ ਪਰਦਾਫਾਸ਼ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾ ਸਕੇ। ਮੈਂ ਇੱਕ ਵਾਰੀ ਫਿਰ ਸ਼ੁਕਰਗੁਜ਼ਾਰ ਹਾਂ ਸਾਡੇ ਪਿੰਡ ਦੇ ਪੜ੍ਹੇ ਲਿਖੇ ਸਰਪੰਚ ਦੀ, ਜਿਨ੍ਹਾਂ ਦੀ ਸੂਝ-ਬੂਝ ਸਦਕਾ ਮੈਂ ਅੱਜ ਸਹੀ ਸਲਾਮਤ ਆਪਣੇ ਘਰ ਪਹੁੰਚ ਚੁੱਕੀ ਹਾਂ। ਮੈਂ ਸਾਰੀਆਂ ਲੜਕੀਆਂ ਅੱਗੇ ਇਹੀ ਗੁਜ਼ਾਰਿਸ਼ ਕਰਦੀ ਹਾਂ ਕਿ ਅਗਰ ਤੁਸੀਂ ਕਿਸੇ ਅਰਬ ਕੰਟਰੀ ਵਿੱਚ ਜਾ ਰਹੇ ਹੋ ਤਾਂ ਘੱਟੋ ਘੱਟ 100 ਵਾਰੀ ਜ਼ਰੂਰ ਸੋਚ ਕੇ ਜਾਣਾ। ਇਹ ਕੁਝ ਹੋਰ ਦੱਸਦੇ ਹਨ ਤੇ ਉੱਥੇ ਕੁਝ ਹੋਰ ਕਰਦੇ ਹਨ। ਧੰਨਵਾਦ।